ਮੋਰ ਦੈਨ 400 ਬੱਚੇ ਐਂਬੂਲੇਟ ਕਰ ਚੁੱਕੇ ਜਿਹੜੇ ਬਿਲਕੁਲ ਵੀ ਨਾ ਬੈਠਦੇ ਸੀ, ਨਾ ਖੜੇ ਹੁੰਦੇ ਸੀ, ਨਾ ਚੱਲਦੇ ਸੀਗੇ। ਅੱਜ ਕਈ ਪੇਸ਼ੈਂਟ ਇਹੋ ਜਿਹੇ ਵੀ ਹੈ ਜਿਨ੍ਹਾਂ ਦੀ ਬਿਲਕੁਲ ਹੱਡੀਆਂ ਨਹੀਂ ਸੀ ਲੱਗਦੀਆਂ, ਉਹ ਵੀ ਅੱਜ ਬਿਲਕੁਲ ਫਾਈਨ ਨੇ ਵਿਦਆਊਟ ਸਰਜੀਕਲ ਇੰਟਰਵੈਂਸ਼ਨ। ਥੈਰੇਪਿਸਟ ਦਾ ਸਭ ਤੋਂ ਮੇਨ ਕੰਮ ਹੈ, ਸਪੋਜ਼ ਸਾਡੇ ਕੋਲ ਪੇਸ਼ੈਂਟ ਆ ਗਿਆ, ਉਹ ਕਹਿੰਦਾ ਮੇਰੇ ਸ਼ੋਲਡਰ 'ਚ ਪੇਨ ਹੈ, ਅਸੀਂ ਉਹਨੂੰ ਪਹਿਲਾਂ ਅਸੈਸ ਕਰਨਾ ਕਿ ਸ਼ੋਲਡਰ 'ਚ ਪੇਨ ਹੈਗੀ ਕਿਉਂ। ਕੁਝ ਸਪੈਸ਼ਲ ਟੈਸਟ ਹੁੰਦੇ ਸਾਡੇ, ਅਸੀਂ ਉਹਨਾਂ ਤੋਂ ਅਬਜ਼ਰਵ ਕਰ ਲੈਂਦੇ ਕਿ ਪੇਸ਼ੈਂਟ ਨੂੰ ਕਿਹੜਾ ਲਿਗਾਮੈਂਟ ਜਾਂ ਕਿਹੜਾ ਟੈਂਡਨ ਜਿਹੜਾ ਉਹ ਟੇਅਰ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੈਲਾਸ਼ ਤੇ ਅੱਜ ਤੁਹਾਡੇ ਲੈ ਕੇ ਆਇਆ ਇੱਕ ਖਬਰ ਜੋ ਕਿ ਹੈਲਥ ਨਾਲ ਜੁੜੀ ਹੋਈ ਹੈ। ਹੈਲਥ ਦੀ ਗੱਲ ਕਰੀਏ ਤੇ ਇਸ ਤਰ੍ਹਾਂ ਦੇ ਡਿਪਾਰਟਮੈਂਟ ਨਾਲ ਤੁਹਾਨੂੰ ਅੱਜ ਅਸੀਂ ਰੂਬਰੂ ਕਰਵਾਵਾਂਗੇ ਜੋ ਕਿ ਇੱਕ ਸਮੇਂ ਪਹਿਲਾਂ ਸਿਰਫ ਔਰਥੋ ਨਾਲ ਰਿਲੇਟਡ ਸੀ, ਪਰ ਅੱਜ ਹਰ ਇੱਕ ਬਿਮਾਰੀ ਦੇ ਵਿੱਚ ਕਾਰਗਰ ਸਿੱਧ ਹੋ ਰਿਹਾ ਤੇ ਕਈ ਲੋਕ ਇਸ ਤੋਂ ਆਪਣਾ ਇਲਾਜ ਕਰਾ ਕੇ ਆਪਣੀ ਨਵੀਂ ਜ਼ਿੰਦਗੀ ਜੀ ਰਹੇ ਹਨ। ਤੇ ਆਪਾਂ ਅੱਜ ਆਪਣੇ ਪ੍ਰੋਗਰਾਮ ਵਿੱਚ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਫਿਜ਼ੀਓਥੈਰੇਪਿਸਟ ਡਾਕਟਰ ਹਰਪ੍ਰੀਤ ਸਿੰਘ ਬਾਵਾ ਜੀ ਨਾਲ, ਜੋ ਕਿ ਇੰਡੀਅਨ ਐਸੋਸੀਏਸ਼ਨ ਆਫ ਫਿਜ਼ੀਓਥੈਰੇਪੀ ਦੇ ਪੰਜਾਬ ਬ੍ਰਾਂਚ ਦੇ ਜਨਰਲ ਸੈਕਟਰੀ ਹਨ। ਤੇ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ, ਜਾਣਾਂਗੇ ਫਿਜ਼ੀਓਥੈਰੇਪੀ ਬਾਰੇ ਤੇ ਇਹ ਕਿਸ ਤਰ੍ਹਾਂ ਇੱਕ ਇਨਸਾਨੀ ਸਰੀਰ ਨੂੰ ਉਹਦੇ ਵਿੱਚੋਂ ਬਿਮਾਰੀਆਂ ਕੱਢ ਕੇ ਉਹਨੂੰ ਦੁਬਾਰਾ ਤੋਂ ਤੰਦਰੁਸਤ ਬਣਾਉਂਦਾ ਹੈ। ਤੇ ਸਵਾਗਤ ਹੈ ਸਰ ਤੁਹਾਡਾ ਸਾਡੇ ਚੈਨਲ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਔਰ ਸਪੈਸ਼ਲੀ ਮੀਡੀਆ ਨੂੰ। ਫਿਜ਼ੀਓਥੈਰੇਪੀ ਸਰ ਇੱਕ ਬਹੁਤ ਨੋਬਲ ਪ੍ਰੋਫੈਸ਼ਨ ਹੈ, ਔਰ ਇਹਦੇ ਵਿੱਚ ਕੀ ਹੈ ਕਿ +2 ਮੈਡੀਕਲ ਜਦੋਂ ਸਟੂਡੈਂਟ ਕਰ ਲੈਂਦਾ, ਕੰਪਲੀਟ ਕਰ ਲੈਂਦਾ, ਮੈਡੀਕਲ ਕਰਨ ਤੋਂ ਬਾਅਦ 50% ਮਿਨੀਮਮ ਪਾਸਿੰਗ ਮਾਰਕਸ ਲੈਣ ਤੋਂ ਬਾਅਦ ਉਹ ਅੱਗੇ ਪਰਸਿਊ ਕਰਦਾ ਹੈ ਬੈਚਲਰ ਡਿਗਰੀ ਨੂੰ, ਗ੍ਰੈਜੂਏਸ਼ਨ ਲਈ। ਗ੍ਰੈਜੂਏਸ਼ਨ 4.5 ਈਅਰ ਦੀ ਹੈ, ਜਿਹਨੂੰ ਅਸੀਂ ਬੈਚਲਰ ਆਫ ਫਿਜ਼ੀਓਥੈਰੇਪੀ ਕਹਿੰਦੇ ਹਾਂ। ਔਰ ਉਹਦਾ ਪਹਿਲਾਂ ਇੱਕ ਐਂਟਰੈਂਸ ਐਗਜ਼ਾਮ ਹੁੰਦਾ, ਉਹ ਕਵਰ ਕਰਨ ਤੋਂ ਬਾਅਦ ਫਿਰ 4.5 ਈਅਰ ਦੀ ਡਿਗਰੀ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਮਾਸਟਰ ਡਿਗਰੀ 'ਚ ਉਹ ਕੁਆਲੀਫਾਈ ਕਰ ਸਕਦਾ ਹੈ। ਜਿਵੇਂ ਕਿ ਮਾਸਟਰਸ ਵਿੱਚ ਅਲੱਗ-ਅਲੱਗ ਐਕਸਟਰੀਮ 'ਚ ਔਰਥੋ ਹੈ, ਨੀਰੋ ਹੈ, ਕਾਰਡੀਓ ਹੈ, ਸਪੋਰਟਸ ਹੈ, ਪੈਡੀਆਟ੍ਰਿਕ, ਜੈਰੀਆਟ੍ਰਿਕ ਹੈ। ਔਰ ਜਿਹੜੇ ਵੀ ਫਿਜ਼ੀਓਥੈਰੇਪੀ ਦਾ ਜਿਸ ਵੀ ਫੀਲਡ 'ਚ ਜ਼ਿਆਦਾ ਐਕਸਪੀਰੀਅੰਸ ਹੈ ਜਾਂ ਇੰਟਰਸਟ ਹੈ, ਉਹ ਉਹਦੇ ਵਿੱਚ ਜ਼ਿਆਦਾ ਉਸ ਚੀਜ਼ ਨੂੰ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ। ਆਪਾਂ ਗੱਲ ਕਰੀਏ ਫਿਜ਼ੀਓਥੈਰੇਪੀ ਦੀ, ਫਿਜ਼ੀਓਥੈਰੇਪੀ ਇੱਕ ਰਿਲੇਟ ਕਰਦਾ ਔਰਥੋ ਦੇ ਨਾਲ, ਪਰ ਹੁਣ ਸਮੇਂ ਦੇ ਵਿੱਚ ਇਹਦੇ ਵਿੱਚ ਹੋਰ ਵੀ ਬਦਲਾਅ ਹੋਏ ਆ, ਮੋਡੀਫਿਕੇਸ਼ਨ ਹੋਈ ਹੈ। ਹੁਣ ਹੋਰ ਵੀ ਕਈ ਬਿਮਾਰੀਆਂ ਇਹਦੇ ਨਾਲ ਆਪਾਂ ਇਹਦੇ 'ਚ ਟਰੀਟ ਕਰਦੇ ਆ। ਉਹ ਕਿਹੜੀਆਂ ਬਿਮਾਰੀਆਂ ਆਪਾਂ ਹੋਰ ਵੀ ਟਰੀਟ ਕਰ ਰਹੇ ਹਾਂ? ਸਰ ਫਿਜ਼ੀਓਥੈਰੇਪੀ ਦੀ ਐਕਚੁਅਲੀ ਪਹਿਲਾਂ ਵੀ ਇਸ ਤਰ੍ਹਾਂ ਸੀਗਾ ਕਿ ਪਹਿਲਾਂ ਵੀ ਇਕੱਲਾ ਔਰਥੋ ਨਾਲ ਰਿਲੇਟਡ ਨਹੀਂ ਸੀਗਾ, ਪਹਿਲਾਂ ਵੀ ਇਹਦਾ ਹਰ ਇੱਕ ਸਟਰੀਮ ਦੇ ਵਿੱਚ ਇਲਾਜ ਸੀਗਾ। ਜਿਵੇਂ ਔਰਥੋ ਤੋਂ ਬਾਅਦ ਜਿਵੇਂ ਸਰਜਨ ਨੇ ਹੱਡੀਆਂ ਨੂੰ ਜੋੜਤਾ, ਟੁੱਟੀ ਹੋਈ ਹੱਡੀ ਨੂੰ, ਪਰ ਜਿਹੜੀ ਉਹਦੀ ਡਿਫਾਰਮਿਟੀ ਬਣ ਜਾਂਦੀ ਪਲਸਟਰ ਲੱਗਣ ਤੋਂ ਬਾਅਦ, ਜਿਹੜੀ ਬਾਂਹ ਨੂੰ ਚਲਾਉਣਾ ਹੈ, ਉਹ ਇੱਕ ਫਿਜ਼ੀਓਥੈਰੇਪਿਸਟ ਦਾ ਕੰਮ ਹੈ। ਸੈਕਿੰਡਲੀ ਮੰਨ ਲਓ ਕੋਈ ਜਿਵੇਂ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਜਿਹੜੇ ਪਲਾਸਟਿਕ ਸਰਜਨ ਨੇ, ਕੋਈ ਕੱਟਿਆ ਹੋਇਆ ਉਹਦਾ ਅੰਗ ਜੋੜ ਦਿੰਦੇ ਨੇ, ਉਹਨਾਂ ਨੇ ਸਿਰਫ ਜੋੜਨਾ, ਚਲਾਉਣਾ ਫਿਜ਼ੀਓਥੈਰੇਪਿਸਟ ਦਾ ਕੰਮ ਹੈ। ਅਗੇਨ ਉਸ ਤੋਂ ਬਾਅਦ ਪਹਿਲਾ ਹੋ ਗਿਆ ਔਰਥੋ, ਦੂਜਾ ਹੋ ਗਿਆ ਪਲਾਸਟਿਕ ਸਰਜਰੀ, ਥਰਡ ਹੋ ਗਿਆ ਨੀਰੋ। ਇੱਕ ਪੇਸ਼ੈਂਟ ਨੂੰ ਸਟ੍ਰੋਕ ਹੋ ਗਿਆ, ਉਹ ਨਿਊਰੋਲੋਜਿਸਟ ਕੋ ਜਾਂ ਨੀਰੋ ਸਰਜਨ ਕੋ ਗਿਆ, ਉੱਥੇ ਉਹਨੇ ਆਪਣਾ ਟ੍ਰੀਟਮੈਂਟ ਲਿਆ, ਚਾਹੇ ਸਰਜਰੀਕਲ ਟ੍ਰੀਟਮੈਂਟ ਲਿਆ, ਚਾਹੇ ਉਹਨੇ ਮੈਡੀਸਿਨ ਲਈ, ਪਰ ਉਸ ਤੋਂ ਬਾਅਦ ਜਿਹੜਾ ਪੈਰਾਲਾਈਸਿਸ ਉਹਨੂੰ ਹੋ ਗਿਆ, ਉਹਦੀ ਸਾਈਡ ਖਲੋ ਗਈ, ਉਹ ਚਲਾਉਣਾ ਫਿਜ਼ੀਓਥੈਰੇਪਿਸਟ ਦਾ ਕੰਮ ਹੈ। ਇਸੇ ਤਰ੍ਹਾਂ ਹੀ ਜੇ ਆਪਾਂ ਦੇਖੀਏ ਕਿ ਪੈਡੀਆਟ੍ਰਿਕ ਦੇ ਕੇਸਿਆਂ 'ਚ ਜਿਹੜੇ ਬੱਚੇ ਜਨਮ ਤੋਂ ਚੱਲ ਨਹੀਂ ਪਾਉਂਦੇ, ਮੱਧ ਬੁੱਧੀ ਵਾਲੇ ਬੱਚੇ, ਜਿਹਨੂੰ ਆਪਾਂ CP ਕਹਿੰਦੇ ਹਾਂ, ਸੈਰੇਬਰਲ ਪਾਲਸੀ, ਬੱਚਾ ਟਾਈਮ ਤੋਂ ਪਹਿਲਾਂ ਹੋ ਜਾਣਾ ਜਾਂ ਕੁਝ ਸਮੇਂ ਲੇਟ ਰੋਣਾ, ਸਮੇਂ ਤੋਂ ਬਾਅਦ, ਜਿਵੇਂ ਨੋਰਮਲ ਬੱਚਾ ਜਿਹੜਾ ਹੈ ਉਹ 37 ਵੀਕਸ 'ਚ ਹੋ ਜਾਂਦਾ, ਕਈ ਜਿਹੜੇ ਆ ਉਹਦਾ ਗੈਸਟੇਸ਼ਨ ਪੀਰੀਅਡ ਪਹਿਲਾਂ ਵੀ ਹੋ ਜਾਂਦਾ, ਪ੍ਰੀ ਮੈਚੁਰ ਹੋ ਜਾਂਦੇ ਆ, ਜਾਂ ਬੱਚਾ ਲੇਟ ਰੋਂਦਾ ਹੈ, ਜਾਂ ਉਹਨੂੰ ਕੋਈ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਜਾਂਦੀ ਮਦਰ ਨੂੰ ਜਾਂ ਬੱਚੇ ਨੂੰ। ਇਹ ਕੁਝ ਕਾਰਨ ਨੇ ਜਿਹਦੇ ਕਰਕੇ ਬੱਚਿਆਂ ਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਉਹਦੇ ਵਿੱਚ ਵੀ ਜਿਹੜਾ ਟ੍ਰੀਟਮੈਂਟ ਆ ਉਹ ਫਿਜ਼ੀਓਥੈਰੇਪੀ ਹੀ ਹੱਲ ਕਰਦਾ। ਤੇ ਬੱਚਿਆਂ ਦੇ ਟ੍ਰੀਟਮੈਂਟ ਦੀ ਗੱਲ ਕੀਤੀ ਤੁਸੀਂ, ਤੇ ਆਪਾਂ ਆਏ ਦਿਨ ਤੁਹਾਡੀਆਂ ਖਬਰਾਂ ਵਗੈਰਾ ਦੇਖਦੇ ਰਹਿੰਦੇ ਆ ਕਿ ਤੁਸੀਂ ਬੱਚੇ ਨੂੰ ਜਨਮ ਤੋਂ ਅਪੰਗ ਬੱਚੇ ਨੂੰ ਦੁਬਾਰਾ ਪੈਰਾਂ 'ਤੇ ਖੜ੍ਹਿਆ ਕਰ ਦਿੱਤਾ। ਤੇ ਇਸ ਤਰ੍ਹਾਂ ਦੇ ਕਿੰਨੇ ਕੁ ਕੇਸ ਤੁਹਾਡੇ ਕੋਲ ਆਏ ਆ ਅੱਜ ਤੱਕ, ਜਿਹੜੇ ਕਿ ਤੁਸੀਂ ਇਸ ਤਰ੍ਹਾਂ ਦੇ ਇੱਕ ਨਵਾਂ ਜੀਵਨ ਹੀ ਦੇਣਾ ਹੋ ਜਾਂਦਾ, ਨਵਾਂ ਜੀਵਨ ਦਿੱਤਾ ਜਦੋਂ? ਸਰ ਵਿਦ ਗੋਡ ਗ੍ਰੇਸ, ਮਿੱਕੀ ਜਦੋਂ ਵੀ ਬੱਚਾ ਸਾਡੇ ਕੋਲ ਆਉਂਦਾ, ਕਈ ਬੱਚਾ ਤਾਂ ਨੈਕ ਕੰਟਰੋਲ ਵੀ ਨਹੀਂ ਹੁੰਦਾ, ਕੋਈ 10 ਸਾਲ ਦਾ ਬੱਚਾ ਆਉਂਦਾ ਜਿਹਦਾ ਨਾ ਧੂਣ ਖਿਲਾਰਦਾ, ਨਾ ਬੈਠ ਪਾਉਂਦਾ, ਨਾ ਚੱਲ ਪਾਉਂਦਾ, ਉਹ ਸਾਡੇ ਇੱਕ ਬੜਾ ਚੈਲੰਜਿੰਗ ਕੇਸ ਹੁੰਦਾ, ਔਰ ਸਭ ਤੋਂ ਟਫ ਜੌਬ ਹੁੰਦੀ ਉਹ 'ਚ ਕਿ ਬੱਚੇ ਨੂੰ ਖੜਾ ਕਰਨਾ, ਚਲਾਉਣਾ, ਕਿਉਂਕਿ CP ਪੇਸ਼ੈਂਟ ਨੂੰ ਚਲਾਉਣਾ ਬਹੁਤ ਹੀ ਡਿਫੀਕਲਟ ਹੈ, ਬੜੀ ਮਿਹਨਤ ਲੱਗਦੀ ਹੈ। ਔਰ ਹੁਣ ਤੱਕ ਅਸੀਂ ਅਰਾਊਂਡ ਮੋਰ ਦੈਨ 400 ਬੱਚੇ ਐਂਬੂਲੇਟ ਕਰ ਚੁੱਕੇ ਜਿਹੜੇ ਬਿਲਕੁਲ ਵੀ ਨਾ ਬੈਠਦੇ ਸੀ, ਨਾ ਖੜੇ ਹੁੰਦੇ ਸੀ, ਨਾ ਚੱਲਦੇ ਸੀਗੇ। ਔਰ ਇਹਨਾਂ 'ਚੋਂ ਕਈ ਪੇਸ਼ੈਂਟ ਇਹੋ ਜਿਹੇ ਵੀ ਹੈ ਜਿਨ੍ਹਾਂ ਦੀ ਬਿਲਕੁਲ ਹੱਡੀਆਂ ਨਹੀਂ ਸੀ ਲੱਗਦੀਆਂ, ਉਹ ਵੀ ਅੱਜ ਬਿਲਕੁਲ ਫਾਈਨ ਨੇ ਵਿਦਆਊਟ ਸਰਜੀਕਲ ਇੰਟਰਵੈਂਸ਼ਨ, ਦੇ ਆਰ ਫਾਈਨ। ਆਪਾਂ ਗੱਲ ਕਰੀਏ ਫਿਜ਼ੀਓਥੈਰੇਪੀ ਦੀ, ਤੇ ਇਹ ਸਟਰੀਮ ਜਿਸ ਤਰ੍ਹਾਂ ਕਿ ਤੁਸੀਂ ਫਿਜ਼ੀਓਥੈਰੇਪੀ ਚੁਣੀ ਸਟਰੀਮ, ਤੇ ਤੁਸੀਂ ਕੀ ਸੋਚ ਕੇ ਚੁਣਿਆ ਕਿ ਆਪਾਂ ਫਿਜ਼ੀਓਥੈਰੇਪਿਸਟ ਹੀ ਬਣਨਾ, ਡਾਕਟਰ ਬਣ ਸਕਦੇ, ਡੈਂਟਿਸਟ, ਜਾਂ ਹੋਰ ਵੀ ਕਈ ਸਟਰੀਮਸ ਹੈਗੀਆਂ ਇਹਦੇ ਵਿੱਚ, ਫਿਜ਼ੀਓਥੈਰੇਪੀ ਹੀ ਕਿਉਂ ਤੁਸੀਂ ਚੁਣੀ? ਸਰ ਇਸ ਤਰ੍ਹਾਂ ਹੈ ਕਿ ਮੇਰੇ ਜਿਹੜੇ ਬ੍ਰਦਰ ਇਨ ਲਾਅ ਨੇ, ਮੇਰੀ ਸਿਸਟਰ ਮਲੇਸ਼ੀਆ 'ਚ ਮੈਰਿਡ ਹੈ, ਉਹ ਮੇਰੇ ਜੀਜੂ ਵੀ ਜਿਹੜੇ ਉਹ ਫਿਜ਼ੀਓਥੈਰੇਪਿਸਟ ਨੇ। ਇਹ ਗੱਲ ਹੈਗੀ 1999, ਔਰ ਮੇਰੇ ਜੀਜੂ ਨੇ ਮੇਰੇ ਫਾਦਰ ਨੂੰ ਸੁਜੈਸਟ ਕੀਤਾ ਸੀਗਾ ਕਿ ਅਗਰ
ਇੰਡੀਆ 'ਚ ਫਿਜ਼ੀਓਥੈਰੇਪੀ ਹੈਗੀ ਹੈ ਤੇ ਮੇਰੇ ਵੱਲੋਂ ਉਹਨੂੰ ਜੁਆਇਨ ਕਰਾਈ ਜਾਵੇ। ਔਰ ਉਹਨਾਂ ਦੇ ਕਹਿਣ 'ਤੇ ਅਸੀਂ ਇਹਦੇ ਵਿੱਚ ਐਡਮਿਸ਼ਨ ਲਈ। ਮੇਰੇ ਫਾਦਰ ਦੀ ਇੱਕ ਕੁਲੀਗ ਸੀਗੇ, ਮੇਰੇ ਫਾਦਰ ਚੀਫ ਫਾਰਮਾਸਿਸਟ ਨੇ, ਔਰ ਉਹਨਾਂ ਦੀ ਕੁਲੀਗ ਸੀਗੇ, ਉਹਨਾਂ ਦੀ ਵੀ ਬੇਟਾ ਫਿਜ਼ੀਓਥੈਰੇਪੀ ਕਰਦਾ ਸੀਗਾ, ਉਹ ਫਸਟ ਈਅਰ ਸੀਗਾ। ਫਿਰ ਉਹਨਾਂ ਨਾਲ ਮੈਨੂੰ ਮਿਲਾਇਆ, ਮੀਟਿੰਗ ਹੋਈ। ਦੈਨ ਉਹ ਮੀਟਿੰਗ ਤੋਂ ਬਾਅਦ ਮੈਂ ਵੀ ਕਾਫੀ ਇੰਪਰੈਸ ਹੋਇਆ ਉਹਨਾਂ ਤੋਂ, ਕਿਉਂਕਿ ਸੇਮ ਜੋ ਫਿਜ਼ੀਓਥੈਰੇਪਿਸਟ MBBS ਵਾਲਾ ਸਟੂਡੈਂਟ ਪੜ੍ਹਦਾ ਉਹ ਫਿਜ਼ੀਓਥੈਰੇਪਿਸਟ ਵਾਲਾ ਜੇ ਸਟੂਡੈਂਟ ਵੀ ਪੜ੍ਹਦੇ ਨੇ, ਪਰ ਐਡੀਸ਼ਨਲ ਅਸੀਂ ਫਿਜ਼ੀਓਥੈਰੇਪੀ ਦੇ ਸਬਜੈਕਟ ਵੀ ਪੜ੍ਹਦੇ ਹਾਂ। ਫਿਰ ਮੈਨੂੰ ਇਹ ਥੋੜ੍ਹਾ ਅੱਛਾ ਲੱਗਿਆ, ਨਾਲੇ ਨਵੀਂ ਸਟਰੀਮ ਸੀਗੀ ਪੰਜਾਬ ਦੇ ਵਿੱਚ, ਤੇ ਵਿਦ ਗੋਡ ਗ੍ਰੇਸ ਅਸੀਂ ਮਿਹਨਤ ਕੀਤੀ। ਅੱਜ ਪੇਸ਼ੈਂਟ ਠੀਕ ਹੋ ਕੇ ਜਾਂਦਾ, ਸਾਨੂੰ ਕਾਫੀ ਮੋਟੀਵੇਸ਼ਨ ਮਿਲਦੀ ਹੈ। ਤੇ ਇੱਕ ਚੀਜ਼ ਹੋਰ ਸਵਾਲ ਆਉਂਦਾ, ਜਦੋਂ ਵੀ ਕੋਈ ਔਰਥੋ ਦੀ ਪ੍ਰੋਬਲਮ ਆ ਜਾਵੇ ਜਾਂ ਦਰਦ ਵਗੈਰਾ ਹੁੰਦੀ ਹੈ, ਕੁਝ ਲੋਕ ਹਜੇ ਵੀ ਮਾਲਸ਼ੀਆਂ ਕੋਲ ਜਾਂਦੇ ਹੈਗੇ ਆ, ਉਹਨਾਂ ਕੋਲ ਟਰੀਟ ਕਰਵਾਉਂਦੇ ਆ, ਤੇ ਉਹ ਉਹਨਾਂ ਤੋਂ ਤੇ ਫਿਜ਼ੀਓਥੈਰੇਪੀ ਇੱਕ ਪ੍ਰੋਫੈਸ਼ਨਲ ਫਿਜ਼ੀਓਥੈਰੇਪਿਸਟ ਕੋ ਆ ਕੇ ਕੀ ਡਿਫਰੈਂਸ ਹੈ ਜੋ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਹੋ? ਸਰ ਬਹੁਤ ਹੀ ਹਿਊਜ ਡਿਫਰੈਂਸ ਹੈ। ਸਭ ਤੋਂ ਵੱਡਾ ਡਿਫਰੈਂਸ ਹੈ ਕਿ ਜੋ ਮਾਲਿਸ਼ੀ ਕੋ ਪੇਸ਼ੈਂਟ ਜਾਂਦੇ ਉਹਦਾ ਸੇਮ ਟਰੀਟਮੈਂਟ ਹੈ, ਹਰ ਪੇਸ਼ੈਂਟ ਨੂੰ ਮਾਲਿਸ਼ ਹੀ ਦੇਣੀ ਹੈ। ਹੱਡੀ ਟੁੱਟੀ ਹੈ, ਦਰਦ ਹੈ, ਕੋਈ ਧਾਗਾ ਟੁੱਟ ਗਿਆ ਜਾਂ ਕੁਛ ਹੈ, ਹੀ ਡਜ਼ਨਟ ਨੋ ਪੇਸ਼ੈਂਟ ਨੂੰ ਪ੍ਰੋਬਲਮ ਕੀ ਹੈ, ਬਿਕੋਜ਼ ਜਿਹਨੇ ਪੜ੍ਹਿਆ ਨਹੀਂ ਉਹਨੂੰ ਪਤਾ ਨਹੀਂ ਡਾਇਗਨੋਸ ਕੀ ਹੈ। ਫਿਜ਼ੀਓਥੈਰੇਪਿਸਟ ਦਾ ਸਭ ਤੋਂ ਮੇਨ ਕੰਮ ਹੈ, ਸਪੋਜ਼ ਸਾਡੇ ਕੋਲ ਪੇਸ਼ੈਂਟ ਆ ਗਿਆ, ਉਹ ਕਹਿੰਦਾ ਮੇਰੇ ਸ਼ੋਲਡਰ 'ਚ ਪੇਨ ਹੈ, ਅਸੀਂ ਉਹਨੂੰ ਪਹਿਲਾਂ ਅਸੈਸ ਕਰਨਾ ਕਿ ਸ਼ੋਲਡਰ 'ਚ ਪੇਨ ਹੈਗੀ ਕਿਉਂ। ਕੁਝ ਸਪੈਸ਼ਲ ਟੈਸਟ ਹੁੰਦੇ ਸਾਡੇ, ਅਸੀਂ ਉਹਨਾਂ ਤੋਂ ਓਬਜ਼ਰਵ ਕਰ ਲੈਂਦੇ ਕਿ ਪੇਸ਼ੈਂਟ ਨੂੰ ਕਿਹੜਾ ਲਿਗਾਮੈਂਟ ਜਾਂ ਕਿਹੜਾ ਟੈਨਨ ਜਿਹੜਾ ਉਹ ਟੇਅਰ ਹੈ, ਵੈਦਰ ਉਹ ਮਸਕੂਲਰ ਹੈ, ਸੌਫਟ ਟਿਸ਼ੂ ਇੰਜਰੀ ਹੈ, ਜਾਂ ਉਹਨੂੰ ਕੋਈ ਜੁਆਇੰਟ ਦੀ ਪ੍ਰੋਬਲਮ ਹੈ। ਉਹ ਅਸੈਸ ਕਰਨ ਤੋਂ ਬਾਅਦ ਫਿਰ ਅਸੀਂ ਟਰੀਟਮੈਂਟ ਇੰਪਲੀਮੈਂਟ ਕਰਦੇ ਹਾਂ ਕਿ ਅਸੀਂ ਕਿਹੜਾ ਟਰੀਟਮੈਂਟ ਦੇਣਾ। ਪੇਸ਼ੈਂਟ ਦਾ ਵੀ ਅਸੀਂ ਦੇਖਣਾ ਕਿ ਪੇਸ਼ੈਂਟ ਦਾ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਹੈ, ਅਗਰ ਉਹ ਫਾਈਨੈਂਸ਼ੀਅਲ ਕੰਡੀਸ਼ਨ ਉਹਦੀ ਠੀਕ ਹੈ, ਫਿਰ ਅਸੀਂ ਉਹਨੂੰ, ਸਾਡੇ ਕੋਲ ਐਡਵਾਂਸ ਟਰੀਟਮੈਂਟ ਹੈ, ਜਿਵੇਂ ਕਿ ਹਾਈ ਪਾਵਰ ਲੇਜ਼ਰ ਹੈ, ਨੋਮੈਟਿਕ ਸ਼ੌਕ ਵੇਵ ਥੈਰੇਪੀ ਹੈ, ਐਸਾਂ ਦੀ ਕਈ ਕਾਰ ਥੈਰੇਪੀ ਹੈ, ਇਹਦੇ ਕਈ ਟਰੀਟਮੈਂਟ ਸਾਡੇ ਕੋਲ ਅਵੇਲੇਬਲ ਨੇ ਜਿਹੜੇ ਅਸੀਂ ਕਰ ਸਕਦੇ ਹਾਂ। ਬੜੇ ਸ਼ਾਰਟ ਪੀਰੀਅਡ 'ਚ ਪੇਸ਼ੈਂਟ ਠੀਕ ਹੋ ਜਾਂਦਾ, ਉਹਨੂੰ ਸਰਜਰੀ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਅਗਰ ਪੇਸ਼ੈਂਟ ਦਾ ਫਾਈਨੈਂਸ਼ੀਅਲ ਇਸ਼ੂ ਹੈਗਾ, ਫਿਰ ਅਸੀਂ ਉਹਨੂੰ, ਸਾਡੇ ਕੋਲ ਨੋਰਮਲ ਟਰੀਟਮੈਂਟ ਹੋਵੇ, ਅਲਟਰਾਸੋਨਿਕ ਥੈਰੇਪੀ ਹੈ, ਇੰਟਰਵੈਂਸ਼ਨ ਥੈਰੇਪੀ ਹੈ, ਟੈਂਸ ਟਰੀਟਮੈਂਟ ਹੈ, ਆਪਾਂ ਉਹ ਦੇ ਸਕਦੇ ਹਾਂ। ਤੇ ਟਰੀਟਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਕਿੰਨੇ ਕੁ ਦਿਨਾਂ ਤੱਕ ਇੱਕ ਪੇਸ਼ੈਂਟ ਨਾਰਮਲੀ ਟਾਈਮ ਪੀਰੀਅਡ ਕਿੰਨਾ ਕੁ ਹੁੰਦਾ, ਕਿੰਨੇ ਕੁ ਦਿਨਾਂ ਤੱਕ ਇੱਕ ਪੇਸ਼ੈਂਟ ਆਪਣਾ ਠੀਕ ਹੋ ਸਕਦਾ ਆਪਣੇ ਕੋਲ ਆਇਆ ਹੈ? ਸਰ ਡਿਪੈਂਡ ਕਰਦਾ ਉਹਦੀ ਸਵੈਰਿਟੀ ਆਫ ਡਿਜ਼ੀਜ਼ 'ਤੇ, ਕਿਹੜੀ ਉਹ ਪ੍ਰੋਬਲਮ ਲੈ ਕੇ ਆਇਆ ਔਰ ਉਹਦੀ ਕਿਹੜਾ ਗ੍ਰੇਡ ਹੈ, ਉਸ 'ਤੇ ਡਿਪੈਂਡ ਕਰਦਾ ਮੇਨ। ਐਸਾ ਮੈਂ ਕਿ ਜਿਵੇਂ ਸਪੋਜ਼ ਅਸੀਂ ਗੋਡਿਆਂ ਦੀ ਪ੍ਰੋਬਲਮ ਕਰੀਏ, ਗੋਡਿਆਂ ਦਾ ਆਸਟੋਆਰਥਰਾਈਟਿਸ ਹੈ, ਉਹਨਾਂ ਗ੍ਰੇਡ 1 2 3 4, ਗ੍ਰੇਡ 1 ਵਾਲਾ ਪੇਸ਼ੈਂਟ ਜਿਹੜਾ ਉਹ ਐਕਸਰਸਾਈਜ਼ ਨਾਲ ਹੀ ਠੀਕ ਹੋ ਜਾਂਦਾ, ਪਰ ਜੇ ਗ੍ਰੇਡ 4 'ਚ ਲਾਸਟ ਸਟੇਜ ਪੇਸ਼ੈਂਟ ਆਵੇ, ਫਿਰ ਉਹ ਇੱਕ ਤਾਂ 100% ਰਿਕਵਰੀ ਪੋਸੀਬਲ ਨਹੀਂ ਹੈ, ਪਰ ਪੇਸ਼ੈਂਟ ਆਪਣੇ ਜੋਗਾ ਵਧੀਆ ਹੋ ਜਾਂਦਾ। ਚੀਜ਼ਾਂ ਟਾਈਮ ਲੈਂਦੀਆਂ, ਜਿਵੇਂ 4 ਤੋਂ 6 ਮਹੀਨੇ ਨੂੰ ਰਿਕੁਆਇਰਮੈਂਟ ਹੁੰਦੀ ਹੈ। ਇਸੇ ਤਰ੍ਹਾਂ ਡਿਸਕ ਦੀ ਸਮੱਸਿਆ ਹਰ ਘਰ ਦੇ ਵਿੱਚ ਹੈਗੀ ਹੈ, ਜਿਹਨੂੰ ਆਪਾਂ ਲੋ ਬੈਕ ਕਿਕ ਕਹਿ ਦਿੰਦੇ ਹਾਂ। ਲੱਕ ਤੋਂ ਸਟਾਰਟ ਹੋ ਕੇ ਪੇਸ਼ੈਂਟ ਨੂੰ ਲੱਤ ਵਿੱਚ ਦਰਦ ਜਾਣਾ, ਲੱਤਾਂ ਦਾ ਸੁੰਨਾਪਨ ਹੋਣਾ, ਉਹ ਵਾਲੀ ਜਿਹੜੀ ਪ੍ਰੋਬਲਮ ਹੈ, ਉਹਦੇ ਵਿੱਚ ਫਿਜ਼ੀਓਥੈਰੇਪੀ 'ਚ ਬਹੁਤ ਅੱਛਾ ਰਿਜ਼ਲਟ ਹੈ। ਲੇਜ਼ਰ ਥੈਰੇਪੀ ਦੇ ਨਾਲ ਪੇਸ਼ੈਂਟ ਵਿਦਿਨ ਅ ਮੰਥ ਰਿਕਵਰ ਕਰ ਜਾਂਦਾ। ਤੇ ਦੂਸਰੀ ਅੱਜ ਹਰ ਘਰ ਦੇ ਵਿੱਚ ਇੱਕ ਹੋਰ ਬਿਮਾਰੀ ਹੈਗੀ ਸਰਵਾਈਕਲ ਦੀ। ਸਰਵਾਈਕਲ ਪੇਨ ਬਹੁਤ ਜ਼ਿਆਦਾਤਰ ਲੇਡੀਜ਼ ਨੂੰ ਇਹਦਾ ਪੇਨ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਉਹਦੇ ਵਿੱਚ ਕੀ ਟਰੀਟਮੈਂਟ ਦਾ ਆਪਣਾ ਕਿੰਨਾ ਕਿ ਸਕਸੈਸ ਰੇਟ ਹੈਗਾ? ਤੇ ਦੂਸਰਾ ਇੱਕ ਹੋਰ ਸਵਾਲ ਇਹਦੇ ਵਿੱਚ ਹੀ ਕਿ ਜ਼ਿਆਦਾਤਰ ਲੇਡੀਜ਼ ਨੂੰ ਹੀ ਕਿਉਂ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਹੈ? ਸਰ ਇਸ ਤਰ੍ਹਾਂ ਹੈ ਕਿ ਸਰਵਾਈਕਲ ਜਿਹੜੀ ਕਈ ਤਰ੍ਹਾਂ ਦੀ ਹੈ, ਕਈਆਂ ਨੂੰ ਮਸਕੂਲਰ ਪੇਨ ਹੁੰਦੀ ਹੈ, ਕਿਉਂਕਿ ਜਿਹੜੇ ਸਾਡੇ ਨੈਕ ਦੇ ਮਸਲ ਹੈ ਉਹਦੀ ਕਨੈਕਟੀਵਿਟੀ ਜਿਹੜੀ ਬ੍ਰੇਨ ਦੇ ਲੋਅਰ ਪੋਰਸ਼ਨ ਦੇ ਨਾਲ ਹੈਗੀ ਹੈ, ਕਿਉਂਕਿ ਸਰਵਾਈਕਲ ਦਾ ਫਸਟ ਵਰਟੀਬਰਾ ਉਹਦੇ ਨਾਲ ਅਟੈਚਮੈਂਟ ਕਈ ਮਸਲਸ ਦੀ ਹੁੰਦੀ ਹੈ। ਸੋ ਜਦੋਂ ਮਸਲ ਸਟਿਫ ਹੁੰਦੇ ਆ, ਵਾਈਟਲ ਵੀ ਥੋੜ੍ਹੇ ਜਿਹੇ ਡਿਸਟਰਬ ਹੋ ਜਾਂਦੇ ਨੇ। ਸੋ ਡਿਪੈਂਡ ਕਰਦਾ ਪੇਸ਼ੈਂਟ ਨੂੰ ਪ੍ਰੋਲੈਪਸ ਡਿਸਕ ਹੈ, ਮਸਕੂਲਰ ਪੇਨ ਹੈ। ਸਭ ਤੋਂ ਦਾ ਮੇਨ ਕਾਰਨ ਹੈ ਸਰਵਾਈਕਲ ਦਾ ਬੈਡ ਪੋਸਚਰ, ਲਾਈਫ ਸਟਾਈਲ। ਅਸੀਂ ਲੋਕ ਕੀ ਕਰਦੇ ਹਾਂ, ਐਡਾ ਮੋਟਾ ਪਿੱਲੋ ਲੈ ਕੇ ਲੇਟਦੇ ਹਾਂ। TV ਦੇਖਣਾ, ਅਸੀਂ ਇੰਨਾ ਵੱਡਾ ਪਿੱਲੋ ਲੈ ਕੇ ਦੇਖਦੇ ਹਾਂ। ਔਰ ਖਾਸ ਕਰਕੇ ਜਿਹੜੇ ਵਰਕਿੰਗ ਨੇ, ਜਿਨ੍ਹਾਂ ਦਾ ਕੰਪਿਊਟਰ ਆਪਰੇਟਰ ਨੇ ਜਾਂ ਸਿਟਿੰਗ ਜੋਬ ਹੈ, ਉਹਨਾਂ ਦਾ ਲੀਨ ਫਾਰਵਰਡ ਪੋਸਚਰ ਜ਼ਿਆਦਾ ਰਹਿੰਦਾ, ਜਿਹਦੇ ਕਰਕੇ ਪ੍ਰੋਬਲਮ ਆ ਜਾਂਦੀ ਹੈ। ਰਹੀ ਗੱਲ ਲੇਡੀਜ਼ ਦੇ ਵਿੱਚ ਥੋੜ੍ਹਾ ਹਾਰਮੋਨ ਇੰਬੈਲੈਂਸ ਵੀ ਹੁੰਦਾ ਹੈ, ਵੀਕਨੈਸ ਵੀ ਆਪਾਂ ਕਹਿ ਸਕਦੇ ਹਾਂ, ਔਰ ਐਕਸਰਸਾਈਜ਼ ਉਹਨਾਂ ਦੀ ਬਹੁਤ ਪੂਰ ਹੈ। ਜਿਵੇਂ ਮੇਲ ਹੈ, ਥੋੜ੍ਹਾ ਬਹੁਤਾ ਐਕਸਰਸਾਈਜ਼ ਕਰਦੇ ਰਹਿੰਦੇ ਆ, ਉਹਨਾਂ ਦਾ ਆਉਣਾ ਜਾਣਾ, ਫਿਰ ਵੀ ਥੋੜ੍ਹੀ ਬਹੁਤੀ ਬੋਡੀ ਐਕਸਰਸਾਈਜ਼ ਹੁੰਦੀ ਰਹੇ, ਐਕਟਿਵ ਰਹਿੰਦੀ। ਸੋ ਫੀਮੇਲ 'ਚ ਇਹ ਚੀਜ਼ਾਂ ਮੈਟਰ ਕਰਦੀਆਂ। ਤੇ ਡਾਕਟਰ ਸਾਹਿਬ, ਕੋਈ ਇਸ ਤਰ੍ਹਾਂ ਦਾ ਕੇਸ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੋ ਕਿ ਤੁਹਾਡੇ ਲਈ ਇੱਕ ਬੜਾ ਯਾਦਗਾਰ ਜਾਂ ਬਹੁਤ ਹੀ ਚੈਲੰਜਿੰਗ ਕੇਸ ਰਿਹਾ ਹੋਵੇ? ਬਿਲਕੁਲ ਸਰ, ਮੈਂ ਨਾ 2006 ਦੇ ਵਿੱਚ ਕਲੀਨਿਕ ਸਟਾਰਟ ਕੀਤਾ ਸੀਗਾ, ਔਰ ਮੈਨੂੰ ਯਾਦ ਹੈ ਮੇਰੇ ਕੋਲ ਇੱਕ ਡਾਕਟਰ ਸੁਖਦੇਵ ਮੇਰਾ ਜੂਨੀਅਰ ਹੁੰਦਾ ਸੀਗਾ 2 ਸਾਲ, ਔਰ ਉਹ ਵੀ ਮੇਰੇ ਕੋਲ ਕਲੀਨਿਕ 'ਤੇ ਆਉਂਦੇ ਹੁੰਦੇ ਸੀਗੇ ਨਾਲ, ਐਜ਼ ਏ ਵੋਲੰਟਰੀ ਉਹਨਾਂ ਨੇ ਕੰਮ ਕੀਤਾ, ਮੇਰੇ ਕੋਲ ਟ੍ਰੇਨਿੰਗ ਕੀਤੀ। ਔਰ ਉੱਥੇ ਨਾ ਇੱਕ ਸਾਡੇ ਕੋਲ ਬੱਚਾ ਆਉਂਦਾ ਹੁੰਦਾ ਸੀਗਾ, ਇੱਕ ਪਿੰਡ ਤੋਂ, ਗੁਰਬਾਜ। ਹੀ ਵਾਜ਼ ਲਾਈਕ ਡੈਟ, ਦੋਨੋਂ ਬਾਹਾਂ ਇੱਦਾਂ ਅਤੇ ਦੋਵੇਂ ਲੱਤਾਂ ਵੀ ਉਹਦੀਆਂ ਮੁੜੀਆਂ ਹੋਈਆਂ ਸੀਗੀਆਂ। ਮੈਂ ਕਿ 2006 'ਚ ਇੱਕ ਤਾਂ ਫਿਜ਼ੀਓਥੈਰੇਪੀ ਜਸਟ ਨਵੀਂ ਸਟਾਰਟ ਹੋਈ, ਕਿਸੇ ਨੂੰ ਪਤਾ ਨਹੀਂ ਕਿ ਵਾਟ ਇਜ਼ ਫਿਜ਼ੀਓਥੈਰੇਪੀ ਹੈ ਨਾ, ਅਤੇ ਉਹ ਬੱਚੇ ਨੂੰ ਅਸੀਂ ਮੈਂ ਕੀ ਤਕਰੀਬਨ 3-4 ਮਹੀਨੇ ਬਾਅਦ ਜਿਹਦੀ ਡਿਫਾਰਮਿਟੀਜ਼ ਕਰੈਕਸ਼ਨ ਕੀਤੀਆਂ,
ਉਹਨੂੰ ਪ੍ਰੋਬਲਮ ਸੀਗੀ ਸਪਾਸਟਿਕ ਕੁਆਡਰੀਪੈਟਿਕ ਸੈਰੇਬਰਲ ਪਾਲਸੀ, ਕਿ ਜਨਮ ਤੋਂ ਹੀ ਬੱਚਾ ਸੀਪੀ ਸੀਗਾ, ਉਹਨੂੰ ਆਕਸੀਜਨ ਦੀ ਕਮੀ ਸੀਗੀ, ਡਿਲੇਡ ਕਰਾਈਟ ਸੀਗਾ। ਔਰ ਜਦੋਂ ਉਸ ਬੱਚੇ ਨੂੰ ਅਸੀਂ ਉਹਦੀਆਂ ਦੋਨੋਂ ਬਾਹਾਂ ਸਟ੍ਰੇਟ ਕਰਤੀਆਂ, ਲੈਗ ਉਹਦੀਆਂ ਸਪਾਸਟਿਟੀ ਬਿਲਕੁਲ ਰਿਮੂਵ ਕਰਤੀ, ਜਦੋਂ ਅਸੀਂ ਬੱਚੇ ਨੂੰ ਖੜਾ ਕੀਤਾ ਨਾ, ਉਹਦੀ ਮਦਰ ਅਤੇ ਉਹਦਾ ਫਾਦਰ ਇੰਨੇ ਰੋਏ ਮੈਂ ਕਿ ਉਹ ਇੱਕ ਹਾਲੇ ਵੀ ਮੈਮਰੀ ਸਾਨੂੰ ਹਾਲੇ ਵੀ ਯਾਦ ਹੈ ਕਿ ਇਹ ਗੱਲ 16 ਈਅਰਸ ਬੈਕ ਦੀ ਗੱਲ ਕਰ ਰਹੇ ਹਾਂ। ਅਤੇ ਉਹਦੀ ਮਦਰ ਉਹਨੂੰ ਕਹਿੰਦੀ ਬੱਚੇ ਨੂੰ ਕਿ ਗੁਰਬਾਜ ਤੂੰ ਇੰਨਾ ਵੱਡਾ, ਮੈਨੂੰ ਤਾਂ ਪਤਾ ਹੀ ਨਹੀਂ ਕਿ ਤੇਰੀ ਹਾਈਟ ਨਹੀਂ ਲੰਬੀ। ਮੈਂ ਕਿ ਬੱਚਾ ਜਦੋਂ ਲਿਟਿਆ ਹੋਇਆ ਸੀਗਾ, ਮੈਂ ਕਿ 16-17 ਸਾਲ ਬੱਚਾ ਇਸ ਤਰ੍ਹਾਂ ਰਿਹਾ, ਔਰ ਜਦੋਂ ਉਹਨੂੰ ਖੜਾ ਕੀਤਾ ਅਤੇ ਉਹ ਬੱਚਾ ਮੈਂ ਕਿ ਮੇਰੇ ਜਿੰਨੀ ਹਾਈਟ ਦਾ ਹੋ ਗਿਆ। ਅਤੇ ਉਹਦੀ ਮਦਰ ਸ਼ੀ ਵਾਜ਼ ਵੈਰੀ ਹੈਪੀ। ਇੱਕ ਤਰ੍ਹਾਂ ਦਾ ਇੱਕ ਨਵਾਂ ਜੀਵਨ ਹੀ ਤੁਹਾਡੇ ਹੱਥੋਂ ਉਸ ਬੱਚੇ ਨੂੰ ਮਿਲਿਆ। ਇਹ ਸਰ ਐਕਚੁਅਲੀ ਇਹ ਮੇਰਾ ਇੱਕ ਫਸਟ ਕੇਸ ਸੀਗਾ ਜਿਹੜਾ ਮੈਂ ਸੀਪੀ ਦਾ ਜਿਹੜਾ ਗੱਲ ਕਰ ਰਿਹਾ। ਉਸ ਤੋਂ ਬਾਅਦ ਸਾਰੇ ਪੇਸ਼ੈਂਟ ਇੱਦਾਂ ਦੇ ਹੀ ਆਉਂਦੇ ਸਾਡੇ ਕੋਲ, ਅਤੇ ਮੈਂ ਕਿ ਜਦੋਂ ਇੱਕ ਪੇਸ਼ੈਂਟ ਠੀਕ ਕੀਤਾ ਮੇਰਾ ਕੌਨਫੀਡੈਂਸ ਬਿਲਟ ਅਪ ਹੋ ਗਿਆ। ਉਸ ਤੋਂ ਬਾਅਦ ਮੈਂ ਸੇਮ ਟਰੀਟਮੈਂਟ ਇੰਪਲੀਮੈਂਟ ਕੀਤਾ। ਉਸ ਤੋਂ ਬਾਅਦ ਅਸੀਂ ਐਡਵਾਂਸਮੈਂਟ ਕਰਦੇ ਰਹੇ ਟਰੀਟਮੈਂਟ 'ਚ, ਕੁਛ ਆਪਣੀ ਟੈਕਨੀਕ ਯੂਜ਼ ਕਰਦੇ ਰਹੇ ਵਿਦ ਗੋਡ ਗ੍ਰੇਸ, ਪਰਮਾਤਮਾ ਦੀ ਕਿਰਪਾ ਕਿ ਬਸ ਉਹ ਗੁਰੂ ਦੇ ਨਾਲ ਲੱਗੇ ਆ। ਜਿਹੜਾ ਪੇਸ਼ੈਂਟ ਆਉਂਦਾ ਠੀਕ ਹੀ ਹੋ ਕੇ ਜਾਂਦਾ ਆਲਮੋਸਟ, ਜਿਹੜਾ ਅੱਛੇ ਤਰੀਕੇ ਟਰੀਟਮੈਂਟ ਕਰਾਉਂਦਾ, ਜਿਹੜਾ ਵਹਿਮੀ ਪੇਸ਼ੈਂਟ ਨਹੀਂ ਹੈਗਾ, ਜਿਹੜਾ ਦਿਲੋਂ ਸੋਚ ਕੇ ਆਉਂਦਾ ਨਾ ਮੈਂ ਠੀਕ ਹੋ ਕੇ ਜਾਣਾ, ਉਹ ਠੀਕ ਹੀ ਹੋ ਕੇ ਜਾਏਗਾ। ਪੋਜ਼ੀਟਿਵ ਐਟੀਟਿਊਡ ਤੇ ਹਰ ਟ੍ਰੀਟਮੈਂਟ ਲਈ ਬਹੁਤ ਜ਼ਰੂਰੀ ਹੁੰਦਾ ਹੈ। ਤੇ ਜਿਸ ਤਰ੍ਹਾਂ ਕਿ ਹਾਲ ਹੀ ਦੇ ਵਿੱਚ ਤੁਸੀਂ ਵਰਲਡ ਫਿਜ਼ੀਓਥੈਰੇਪੀ ਡੇ ਮਨਾਇਆ ਅੰਮ੍ਰਿਤਸਰ ਦੇ ਵਿੱਚ, ਤੇ ਇਹਦੇ ਵਿੱਚ ਕੀ ਏਜੰਡਾ ਰੱਖਿਆ? ਤੁਸੀਂ ਕਾਫੀ ਫਿਜ਼ੀਓਥੈਰੇਪਿਸਟ ਵੀ ਇਕੱਠੇ ਹੋਏ ਤੇ ਅੰਮ੍ਰਿਤਸਰ ਦੇ ਕਈ ਬੁਲਾਰੇ ਵੀ ਉੱਥੇ ਸ਼ਾਮਿਲ ਹੋਏ, ਤੇ ਇਹ ਏਜੰਡਾ ਰੱਖ ਕੇ ਮਨਾਇਆ ਗਿਆ ਫਿਜ਼ੀਓਥੈਰੇਪੀ ਡੇ? ਇਹ ਸਰ ਐਕਚੁਅਲੀ ਇਹਦੇ ਵਿੱਚ ਹਰ ਸਾਲ 8 ਸਤੰਬਰ ਨੂੰ ਮਨਾਇਆ ਜਾਂਦਾ, ਔਰ ਇਹਦੀ ਫਾਊਂਡੇਸ਼ਨ ਜਿਹੜੀ ਹੋਈ ਸੀਗੀ 1813 ਦੇ ਵਿੱਚ ਹੋਈ ਸੀਗੀ। ਹੈਨਰੀ ਕਲਿੰਗ ਜਿਹੜਾ ਸਾਇੰਟਿਸਟ ਸੀਗਾ ਉਹਨੇ ਕੀਤੀ ਸੀਗੀ, ਸਵੀਡਿਸ਼ ਸੀਗਾ ਬੰਦਾ। ਸੋ ਵਰਲਡ ਫਿਜ਼ੀਓਥੈਰੇਪੀ ਡੇ 8 ਸਤੰਬਰ ਨੂੰ ਹਰ ਸਾਲ ਹੁੰਦਾ। ਉਹਦਾ ਮਨਾਉਣ ਦਾ ਅਸੀਂ ਅਵੇਅਰਨੈਸ ਕਰ ਰਹੇ ਹਾਂ ਪਬਲਿਕ ਨੂੰ ਕਿ ਫਿਜ਼ੀਓਥੈਰੇਪੀ ਚੀਜ਼ ਕੀ ਹੈ ਨਾ। ਸੈਕਿੰਡਲੀ ਅਸੀਂ ਸਾਡੇ ਸਿਵਲ ਸਰਜਨ ਜਿਹੜੇ ਸੀਗੇ ਉਹ ਚੀਫ ਗੈਸਟ ਸੀਗੇ, ਅਸੀਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਹੈ ਕਿ ਜਿਹੜੇ ਵੀ ਕੁਐਕਰੀ ਹੈ ਉਹਨੂੰ ਰਿਮੂਵ ਕੀਤਾ ਜਾਵੇ। ਹੁਣ ਜਿਵੇਂ ਅਸੀਂ 7 ਸਾਲ ਲਗਾ ਕੇ ਫਿਜ਼ੀਓਥੈਰੇਪਿਸਟ ਪਾਉਂਦੇ ਹਾਂ, ਔਰ 7 ਈਅਰਸ ਅਸੀਂ ਬਹੁਤ ਜ਼ਿਆਦਾ ਇਹ ਨਹੀਂ ਕਿ ਇਕੱਲੇ 7 ਸਾਲ ਲਗਾਉਂਦੇ ਹਾਂ, ਮਿਹਨਤ ਬਹੁਤ ਕਰਦੇ ਹਾਂ, ਦਿਨ ਰਾਤ ਸਟੱਡੀ, ਬਹੁਤ ਟਫ ਸਟੱਡੀ ਹੈ। ਔਰ ਇੱਕ ਵੀ ਕੁਐਸਚਨ ਅਗਰ ਕਿਸੇ ਬੱਚੇ ਦਾ ਛੁੱਟ ਜਾਂਦਾ ਉਹ ਪਾਸ ਨਹੀਂ ਹੋ ਪਾਉਂਦਾ, ਕਿਉਂਕਿ ਇੰਨਾ ਲੈਂਥੀ ਕੰਮ ਹੈ ਕਿ ਜਿਹਨੇ ਪੜ੍ਹਿਆ ਉਹਨੂੰ ਪਤਾ ਹੈ ਕਿ ਫਿਜ਼ੀਓਥੈਰੇਪੀ ਇੱਕ ਨੋਰਮਲ ਨਹੀਂ ਹੈਗਾ। ਇਹਨੂੰ ਪੜ੍ਹਨ ਲਈ, ਇਹਨੂੰ ਡਿਗਰੀ ਹਾਸਲ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ, ਮਿਹਨਤ ਨਹੀਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਪ੍ਰੈਕਟੀਕਲੀ ਵੀ ਥਿਓਰੈਟੀਕਲੀ ਵੀ। ਔਰ 7 ਸਾਲ ਲਾਉਣ ਤੋਂ ਬਾਅਦ ਤੁਸੀਂ ਜਦੋਂ ਫੀਲਡ 'ਚ ਆਉਂਦੇ ਹੋ ਤਾਂ ਇੱਕ ਬੰਦਾ ਜਿਹਨੇ ਕੋਈ ਡਿਗਰੀ ਨਹੀਂ ਕੀਤੀ, ਕੁਛ ਨਹੀਂ ਕੀਤਾ, ਉਹ ਸਾਹਮਣੇ ਉਹ ਪੇਸ਼ੈਂਟ ਨੂੰ ਕਹਿੰਦਾ ਯਾਰ ਮੈਂ ਵੀ ਫਿਜ਼ੀਓਥੈਰੇਪਿਸਟ ਹਾਂ, ਅਤੇ ਮੇਕੀ ਉਹ ਚੀਜ਼ ਜਿਹੜੀ ਹੈ ਡਾਈਜੈਸਟੇਬਲ ਨਹੀਂ ਹੈਗੀ। ਅਤੇ ਅਸੀਂ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਨੂੰ ਇਹੋ ਕਿਹਾ ਸੀਗਾ ਕਿ ਇਹ ਕੁਐਕਰੀ ਰਿਮੂਵ ਕੀਤੀ ਜਾਵੇ। ਉਹਨਾਂ ਨੂੰ ਸਾਨੇ ਪ੍ਰੋਮਿਸ ਕੀਤਾ ਕਿ ਅਸੀਂ ਵੈਰੀ ਸੂਨ ਜਿਹੜੇ ਵੀ ਇਹੋ ਜਿਹੇ ਬੰਦੇ ਹੋਣਗੇ ਅਸੀਂ ਉਹਨਾਂ 'ਤੇ FIR ਲਾਂਚ ਕਰਾਂਗੇ। ਤੇ ਇਹ ਇਸ ਤਰ੍ਹਾਂ ਦੇ ਇੱਕ ਅਨਟ੍ਰੇਨਡ ਬੰਦੇ ਜਿਹੜੇ ਕਿ ਫਿਜ਼ੀਓਥੈਰੇਪੀ ਦਾ ਬੋਰਡ ਲਗਾ ਕੇ ਬੈਠ ਜਾਂਦੇ ਆ, ਉਹ ਆਪਣੇ ਕੁਝ ਪੈਸੇ ਦੇ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਪਏ। ਬਿਲਕੁਲ ਸਰ, ਬਹੁਤ ਜ਼ਿਆਦਾ ਹੋ ਰਿਹਾ। ਮੈਂ ਤੁਹਾਨੂੰ ਇੱਕ ਇਲਸਟ੍ਰੇਸ਼ਨ ਦੇ ਰਿਹਾ। ਮੇਰਾ ਇੱਕ ਫਰੈਂਡ ਹੈ ਡਾਕਟਰ ਜਸਦੇਵ ਧਨੋਆ, ਹੀ ਇਜ਼ ਪ੍ਰੈਕਟਿਸਿੰਗ ਇਨ ਬਠਿੰਡਾ। ਉਹਦੇ ਫਾਦਰ ਵੀ ਜਿਹੜੇ ਆ ਉਹ ਫਿਜ਼ੀਓਥੈਰੇਪਿਸਟ ਨੇ। ਸੋ ਉਹਨਾਂ ਨੇ ਕਲੀਨਿਕ ਖੋਲ੍ਹਿਆ ਸੀਗਾ ਬਠਿੰਡੇ 'ਚ, ਅਤੇ ਬਠਿੰਡੇ ਦੇ ਵਿੱਚ ਉਹਨਾਂ ਦਾ ਜਿਹੜੇ ਸੈਂਟਰ 'ਚ ਮੁੰਡਾ ਕੰਮ ਕਰਦਾ ਸੀਗਾ, ਉਹਨੇ ਵੀ ਆਪਣਾ ਇੱਕ 2-4 ਮਸ਼ੀਨਾਂ ਰੱਖ ਕੇ ਆਪਣੇ ਘਰ 'ਚ ਸੈਂਟਰ ਖੋਲ੍ਹਿਆ। ਇਹ ਗੱਲ ਹੈਗੀ 2004 ਜਾਂ 5 ਦੀ। ਅਤੇ ਉਸ ਟਾਈਮ 'ਤੇ ਮੈਨੂੰ ਜਸਦੇਵ ਨੇ ਦੱਸਿਆ ਕਿ ਜਿਹੜਾ ਸੈਂਟਰ 'ਤੇ ਮੇਰੇ ਕੋਲ ਲੜਕਾ ਲੱਗਿਆ ਸੀ, ਉਹਨੇ ਸੈਂਟਰ ਖੋਲ੍ਹਿਆ। ਇੱਕ ਪੇਸ਼ੈਂਟ ਸੀ, ਉਹਨਾਂ ਦੇ ਘਰ ਬੇਟਾ ਪੈਦਾ ਨਹੀਂ ਸੀ ਹੋ ਰਿਹਾ, ਬੇਟੀ ਕੋਈ ਇਸ਼ੂ ਨਹੀਂ ਸੀ ਹੋ ਰਿਹਾ। ਸੋ ਉਹ ਇਸ਼ੂ ਲਈ ਉਹਨਾਂ ਨੇ ਬੜੀਆਂ ਮੰਨਤਾਂ ਮੰਗੀਆਂ। ਜਦੋਂ ਉਹਨਾਂ ਦੇ ਘਰ ਇਸ਼ੂ ਹੋਣ ਲੱਗਿਆ, ਸ਼ੀ ਵਾਸ ਪ੍ਰੈਗਨੈਂਟ, ਉਹ ਲੇਡੀ ਪ੍ਰੈਗਨੈਂਟ ਸੀ, ਅਤੇ ਜਿਹੜਾ ਉਹ ਬੰਦਾ ਜਿਹੜਾ ਕੁਐਕ ਸੀ, ਉਹ ਲੇਡੀ ਉਹਦੇ ਕੋਲ ਟਰੀਟਮੈਂਟ ਲੱਕ ਦਾ ਕਰਾਉਣ ਗਈ। ਜਿਵੇਂ ਤੁਹਾਨੂੰ ਪਤਾ ਪ੍ਰੈਗਨੈਂਟ ਲੇਡੀ ਨੂੰ ਲੱਕ ਦਰਦ ਹੁੰਦੀ ਹੈ। ਉਹਨੇ ਸਟੱਡੀ ਕੀਤੀ ਨਹੀਂ ਸੀ, ਉਹਨੂੰ ਇਹ ਨਹੀਂ ਸੀ ਪਤਾ ਕਿ ਕਿਹੜੀ ਮਸ਼ੀਨ ਕਿੱਥੇ ਇੰਪਲੀਮੈਂਟ ਕਰਨੀ ਹੈ, ਕਿੱਥੇ ਲਗਾਉਣੀ ਹੈ। ਉਹਨੇ ਉਹ ਲੇਡੀ ਨੂੰ ਸ਼ਾਰਟਵੇਅਰ ਡਾਇਥਰਮੀ ਮਸ਼ੀਨ ਨਾਮ ਦੀ ਮਸ਼ੀਨ ਲਗਾਤੀ। ਉਹ ਮਸ਼ੀਨ ਲਗਾਉਣ ਤੋਂ ਬਾਅਦ ਉਹ ਜੋ ਲੇਡੀ ਨੂੰ ਇੰਨੀਆਂ ਮਿਹਨਤਾਂ ਕਰਕੇ ਇਸ਼ੂ ਕ੍ਰੀਏਟ ਹੋਇਆ ਅਤੇ ਉਹ ਬੱਚਾ ਅਬੋਰਟ ਹੋ ਗਿਆ। ਦੇਖੋ, ਅਸੀਂ ਕੋਈ ਵੀ ਮਸ਼ੀਨ ਲਗਾਉਣੀ ਹੈ ਨਾ, ਉਹਦੇ ਬਾਰੇ ਪਹਿਲਾਂ ਆਪਾਂ ਪ੍ਰੋਪਰ ਉਹਦੀ ਸਟੱਡੀ ਕਰਦੇ ਹਾਂ ਕਿ ਵੈਦਰ ਉਹਦੀ ਇੰਡੀਕੇਸ਼ਨ ਅਤੇ ਕੰਟਰਾ ਇੰਡੀਕੇਸ਼ਨ ਕੀ ਨੇ, ਉਹਦਾ ਪਹਿਲਾਂ ਧਿਆਨ 'ਚ ਰੱਖ ਕੇ ਫਿਰ ਲਗਾਉਣੇ ਆ। ਕਿਉਂਕਿ ਇਹਨੂੰ ਇਸ ਤਰ੍ਹਾਂ ਨਹੀਂ ਗਾ, ਪਬਲਿਕ ਨੂੰ ਇਹ ਵੀ ਅਵੇਅਰ ਕਰੋ ਤੁਸੀਂ ਲੋਕ, ਤੁਹਾਡੇ ਥਰੂ ਹੋਏਗਾ ਕਿ ਅਗਰ ਤੁਸੀਂ ਕਿਤੇ ਵੀ ਜਾਂਦੇ ਹੋ ਪਹਿਲਾਂ ਆਪਣੀ ਪ੍ਰੋਬਲਮ ਬਾਰੇ ਦੱਸੋ ਕਿ ਤੁਹਾਡੀ ਇੰਪਲਾਂਟੇਸ਼ਨ ਹੋਈ ਹੈ, ਕੋਈ ਹੀਅਰਿੰਗ ਏਡਸ ਪਏ ਹੈ, ਜਾਂ ਕੋਈ ਕਿਸੇ ਦੇ ਫ੍ਰੈਕਚਰ ਹੋਇਆ, ਕੋਈ ਪਲੇਟ ਪਈ ਹੈ। ਅਗਰ ਉਹ ਚੀਜ਼ ਜਾਂ ਕਿਸੇ ਨੂੰ ਪੇਸ ਮੇਕਰ ਪਿਆ, ਉੱਥੇ ਵੇਵ ਟਰੀਟਮੈਂਟ ਹੋ ਜਾਂਦਾ ਅਤੇ ਉਹ ਟਿਸ਼ੂ ਡੈਮੇਜ ਹੋ ਸਕਦਾ। ਸੋ ਇਹ ਇੱਕ ਪੜ੍ਹੇ ਲਿਖੇ ਫਿਜ਼ੀਓਥੈਰੇਪਿਸਟ ਦਾ ਹੀ ਕੰਮ ਹੈ, ਆਮ ਬੰਦੇ ਦਾ ਕੰਮ ਨਹੀਂ ਹੈ। ਤੇ ਫਿਜ਼ੀਓਥੈਰੇਪੀ ਕੋਈ ਵੀ ਹੈ ਇੱਕ ਐਕਸਪਰਟ ਤੋਂ ਹੀ ਕਰਾਈ ਜਾਵੇ। ਸਭ ਤੋਂ ਪਹਿਲਾਂ
ਆਪਣੀ ਜ਼ਿੰਦਗੀ ਆਪਣੇ ਹੱਥ ਹੁੰਦੀ ਹੈ, ਤੇ ਇਸ ਕਰਕੇ ਤੁਸੀਂ ਆਪਣਾ ਸਰੀਰ ਦਾ ਟ੍ਰੀਟਮੈਂਟ ਕਰਵਾਉਣ ਤੋਂ ਪਹਿਲਾਂ ਇਹ ਦੇਖ ਲਓ ਕਿ ਤੁਹਾਡਾ ਐਕਸਪਰਟ, ਤੁਹਾਡਾ ਡਾਕਟਰ ਕਿੰਨਾ ਕੁ ਹੁਨਰ ਉਹਦੇ ਹੱਥ 'ਚ ਹੈ, ਤੇ ਉਹ ਕਿੰਨਾ ਕੁ ਤੁਹਾਡੇ ਡਾਕਟਰ ਦਾ ਨਾਮ ਹੈ। ਤੇ ਇਹ ਬਹੁਤ ਜ਼ਰੂਰੀ ਹੈ ਆਪਣੇ ਸਰੀਰ ਨਾਲ ਕਿਸੇ ਵੀ ਤਰ੍ਹਾਂ ਦੇ ਟ੍ਰੀਟਮੈਂਟ ਦੇ ਲਈ ਹੁਨਰ ਦੇਖਣਾ, ਤੇ ਡਾਕਟਰ ਨੂੰ ਦੇਖਣਾ, ਤੇ ਆਪਣੇ ਥੈਰੇਪਿਸਟ ਨੂੰ ਦੇਖਣਾ। ਤੇ ਅਸੀਂ ਸਾਡੇ ਨਾਲ ਇੱਕ ਖਾਸ ਜੋ ਕਿ ਬਾਬਾ ਫਿਜ਼ੀਓਥੈਰੇਪੀ ਦੇ ਡਾਇਰੈਕਟਰ ਹਨ, ਤੇ ਆਪ ਵੀ ਥੈਰੇਪਿਸਟ, ਕਾਫੀ ਨਾਮਚੀਨ ਥੈਰੇਪਿਸਟ ਹਨ, ਤੇ ਕਈ ਸਾਲਾਂ ਤੋਂ ਵਿੱਚ ਅੰਮ੍ਰਿਤਸਰ ਦੇ ਵਿੱਚ ਸੇਵਾ ਦੇ ਰਹੇ ਹਨ। ਤੇ ਇਸ ਤਰ੍ਹਾਂ ਦੇ ਹੋਰ ਵੀ ਹੈਲਥ ਬੁਲੇਟਿਨ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦਿਓ ਇਜਾਜ਼ਤ। ਕੈਮਰਾਮੈਨ ਦਲਜੀਤ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ।